In the last class we have discussed about the states of matter. ਉਹਦੇ ਵਿੱਚ ਆਪਾਂ 3 states ਪੜ੍ਹੀਆਂ ਸੀ, that are solids, liquids or gases. Today we are going to start or compare the properties of solid, liquid or gas. ਇਹ ਜਿਹੜਾ question ਹੈ solid, liquid or gas, compare the properties, important question है according to the examination point of view. देखो, let us compare the properties of solid, liquid और gas. ਹੁਣ ਸਭ ਤੋਂ ਵੈਰੀ ਜਿਹੜੀ ਆਪਣੇ ਕੋਲ ਇੱਥੇ very first property, that is shape and volume. As we know, solids the definite shape as well as it have definite volume. So solids have definite shape and definite volume, whereas in case of liquids do not have definite shape but have definite volume. ਜਿਹੜੇ ਆਪਣੇ ਕੋਲ liquids ਹੁੰਦੇ ਨੇ, they have definite shape but no definite volume. ਡੈਫੀਨੇਟ ਸ਼ੇਪ ਨਹੀਂ ਹੁੰਦੀ ਲਿਕੁਇਡ ਦੀ, ਇਸ ਨੂੰ ਆਪਾਂ ਜਿਸ ਕੰਟੇਨਰ ਦੇ ਵਿੱਚ ਹੋਲਡ ਕਰਦੇ ਹਾਂ ਦੇ ਟੇਕ ਦਾ ਸ਼ੇਪ ਆਫ ਦੈਟ ਕੰਟੇਨਰ. ਮੀਨਜ਼ ਜਿਹੜੇ ਵੀ ਕੰਟੇਨਰ ਦੇ ਵਿੱਚ ਆਪਾਂ ਲਿਕੁਇਡ ਨੂੰ ਪਾ ਕੇ ਰੱਖਦੇ ਹਾਂ, ਲਿਕੁਇਡ ਦੀ ਸ਼ੇਪ ਕੀ ਹੋ ਜਾਂਦੀ ਹੈ, ਸੇਮ ਲਾਈਕ ਅ ਕੰਟੇਨਰ. ਉਸ ਤੋਂ ਬਾਅਦ ਅਗਰ ਗੈਸਿਸ ਦੀ ਗੱਲ ਕਰੀਏ, ਗੈਸਿਸ ਨੋ ਡੈਫੀਨੇਟ ਸ਼ੇਪ, ਨੋ ਡੈਫੀਨੇਟ ਵੋਲੀਅਮ. ਮੀਨਜ਼ ਗੈਸਿਸ ਉਹ ਵਾਲੇ ਸਬਸਟੈਂਸ ਨੇ ਵਿਚ ਹੈਵ ਨੀਦਰ ਡੈਫੀਨੇਟ ਸ਼ੇਪ ਨੋਰ ਡੈਫੀਨੇਟ ਵੋਲੀਅਮ. ਠੀਕ ਹੈ. ਸੈਕਿੰਡ ਪੁਆਇੰਟ, ਸਟਰਕਚਰ ਆਫ ਪਾਰਟੀਕਲ. ਮੀਨਜ਼ ਆਪਣੇ ਕੋਲ ਜਿਹੜੇ ਪਾਰਟੀਕਲਸ ਨੇ ਉਹਨਾਂ ਦੀ ਪੋਜੀਸ਼ਨ ਬਾਰੇ ਗੱਲ ਕਰੀਏ, ਅਗਰ ਆਪਣੇ ਕੋਲ ਸੋਲਿਡਸ ਹੈ, ਦ ਪੋਜੀਸ਼ਨ ਆਫ ਦ ਪਾਰਟੀਕਲਸ ਆਰ ਫਿਕਸ. ਹੁਣ ਆਪਣੇ ਕੋਲ ਜਿਹੜੇ ਸੋਲਿਡਸ ਦੇ ਪਾਰਟੀਕਲਸ ਹੁੰਦੇ ਨੇ ਉਹਨਾਂ ਦੀ ਪੋਜੀਸ਼ਨ ਕੀ ਹੁੰਦੀ ਹੈ, ਆਪਣੇ ਕੋਲ ਫਿਕਸ ਹੁੰਦੀ ਹੈ. ਫਿਕਸ ਮੀਨਜ਼ ਜਿਹੜੇ ਪਾਰਟੀਕਲਸ ਨੇ ਸੋਲਿਡਸ ਦੇ ਕੈਨ ਨਾਟ ਮੂਵ ਫਰੋਮ ਵਨ ਸਪੇਸ ਟੂ another space due to the position, that means due to the definite position of particle ਜਾਂ fixed position of particle, that's why solids have definite shape. second point, ਅਗਰ liquids ਦੀ ਗੱਲ ਕਰੀਏ, the particles can not get away from each other. ਜਿਹੜੇ ਪਾਰਟੀਕਲਸ ਨੇ ਉਹ ਇੱਕ ਦੂਜੇ ਤੋਂ ਦੂਰ ਨਹੀਂ ਜਾ ਸਕਦੇ, ਬਟ ਇਹਦੇ ਵਿੱਚ ਕੀ ਹੁੰਦਾ, ਪਾਰਟੀਕਲਸ they have not fixed position. ਇੱਕ ਦੂਜੇ ਤੋਂ ਦੂਰ ਨਹੀਂ ਜਾ ਸਕਦੇ, but also they do not have fixed position. ਗੈਸਿਸ ਦੀ ਗੱਲ ਕਰੀਏ ਤਾਂ ਪਾਰਟੀਕਲਸ ਆਰ ਨੀਅਰਲੀ ਇੰਡੀਪੈਂਡੈਂਟ ਆਫ ਈਚ ਅਦਰ. ਮੀਨਜ਼ ਜਿਹੜੇ ਗੈਸੀਅਸ ਦੇ ਪਾਰਟੀਕਲਸ ਹੁੰਦੇ ਨੇ ਉਹ ਇੱਕ ਦੂਜੇ ਤੋਂ ਕੀ ਹੁੰਦੇ ਨੇ, ਇੰਡੀਪੈਂਡੈਂਟ. ਮੀਨਜ਼ ਉਹਨਾਂ ਦੇ ਵਿੱਚ ਕੋਈ ਫਿਕਸਡ ਪੋਜੀਸ਼ਨ ਨਹੀਂ ਹੁੰਦੀ, ਦੇ ਕੈਨ ਮੂਵ ਏਅਰ ਐਂਡ ਦੇਅਰ ਇੰਡੀਪੈਂਡੈਂਟਲੀ. ਉਸ ਤੋਂ ਬਾਅਦ ਥਰਡ ਪੁਆਇੰਟ ਦੀ ਅਗਰ ਗੱਲ ਕਰੀਏ ਆਪਾਂ, ਜਿਹੜਾ ਥਰਡ ਪੁਆਇੰਟ ਹੈ ਦੈਟ ਇਜ਼ ਇੰਟਰਮੋਲੀਕੂਲਰ ਫੋਰਸਿਸ. ਅਗਰ ਆਪਾਂ ਪਾਰਟੀਕਲਸ ਨੇ ਜਿਹੜੇ ਮੈਟਰ ਦੇ, ਸੋਲਿਡ, ਲਿਕੁਇਡ ਔਰ ਗੈਸ, ਉਹਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਦੇਖੀਏ ਤਾਂ ਆਪਣੇ ਕੋਲ ਸਭ ਤੋਂ ਜ਼ਿਆਦਾ ਇੰਟਰਮੋਲੀਕੂਲਰ ਫੋਰਸਿਸ ਕਾਹਦੇ ਵਿੱਚ ਹੁੰਦੀਆਂ ਨੇ, ਸੋਲਿਡਸ ਦੇ ਵਿੱਚ. ਸੋ ਸੋਲਿਡਸ ਹੈਵ ਵੈਰੀ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ, ਵੇਅਰ ਐਜ਼ liquids have weak force of attraction, weak intermolecular forces as compared to solids. ਜਿਹੜੇ ਆਪਣੇ ਕੋਲ ਲਿਕੁਇਡਸ ਹੁੰਦੇ ਨੇ ਉਹਨਾਂ ਦੇ ਜਿਹੜੇ ਮੋਲੀਕਿਊਲਸ ਦੇ ਵਿੱਚ ਫੋਰਸਿਸ ਹੁੰਦੀਆਂ ਨੇ ਉਹ ਸੋਲਿਡਸ ਨਾਲੋਂ ਕੀ ਹੁੰਦੀਆਂ ਨੇ, ਘੱਟ ਹੁੰਦੀਆਂ ਨੇ, ਬਟ ਵਿਚ ਇਜ਼ ਮੋਰ ਦੈਨ ਗੈਸ ਨਾਲੋਂ ਕੀ ਹੁੰਦੀਆਂ ਨੇ, ਜ਼ਿਆਦਾ. ਗੈਸਿਸ ਦੀ ਗੱਲ ਕਰੀਏ, ਦੇਅਰ ਵਿਲ ਬੀ ਨੋ ਇੰਟਰਮੋਲੀਕੂਲਰ ਫੋਰਸਿਸ ਬਿਟਵੀਨ ਦਾ ਪਾਰਟੀਕਲਸ ਆਫ ਗੈਸ. ਸੋ ਗੈਸ ਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਦੇਸ ਹੈਵ ਨਾਟ ਇੰਟਰਮੋਲੀਕੂਲਰ ਫੋਰਸਿਸ. ਨੈਕਸਟ ਫੋਰਥ ਪੁਆਇੰਟ ਹੈ ਇੰਟਰਮੋਲੀਕੂਲਰ ਸਪੇਸ. ਜਿਹੜੇ ਕੌਨਸਟੀਚੂਐਂਟ ਪਾਰਟੀਕਲਸ ਹੁੰਦੇ ਨੇ ਆਪਣੇ ਕੋਲ ਮੈਟਰ ਦੇ, ਅਗਰ ਉਹਨਾਂ ਦੇ ਵਿੱਚ ਸਪੇਸ ਦੀ ਗੱਲ ਕਰੀਏ ਤਾਂ ਸੋਲਿਡਸ ਦੇ ਪਾਰਟੀਕਲ ਦੇ ਵਿੱਚ ਸਪੇਸ ਕੀ ਹੁੰਦੀ ਹੈ, ਵੈਰੀ ਵੈਰੀ ਸਮੋਲ. ਲਿਕੁਇਡਸ ਦੇ ਵਿੱਚ ਜਿਹੜੀ ਇੰਟਰਮੋਲੀਕੂਲਰ ਸਪੇਸ ਹੁੰਦੀ ਹੈ ਵਿਚ ਇਜ਼ ਮੋਰ ਦੈਨ ਸੋਲਿਡਸ ਬਟ ਲੈਸ ਦੈਨ ਗੈਸਿਸ ਦੇ ਵਿੱਚ ਜਿਹੜੀ ਪਾਰਟੀਕਲਸ ਦੀ ਸਪੇਸ ਹੁੰਦੀ ਹੈ ਵਿਚ ਇਜ਼ ਵੈਰੀ ਹਾਈ. ਜਿਸ ਤਰ੍ਹਾਂ ਆਪਾਂ ਕੱਲ੍ਹ ਪੜ੍ਹਿਆ ਸੀ
ਵੀ ਜਿਹੜੇ ਆਪਣੇ ਕੋਲ ਸੋਲਿਡਸ ਹੁੰਦੇ ਨੇ ਉਹਨਾਂ ਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਬਿਲਕੁਲ ਕੀ ਪਏ ਹੁੰਦੇ ਨੇ, ਨਾਲ ਪਏ ਹੁੰਦੇ ਨੇ। ਦੇਅਰ ਵਿਲ ਬੀ ਨੋ ਇੰਟਰਮੋਲੀਕੂਲਰ ਸਪੇਸ ਬਿਟਵੀਨ ਦਾ ਪਾਰਟੀਕਲਸ ਆਫ ਸੋਲਿਡਸ। ਲਿਕੁਇਡਸ ਦੀ ਗੱਲ ਕਰੀਏ, ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਕੀ ਹੁੰਦੇ ਨੇ, ਥੋੜ੍ਹੇ ਜਿਹੇ ਦੂਰ ਹੁੰਦੇ ਨੇ। ਮੀਨਜ਼ ਦੇ ਹੈਵ ਮੋਰ ਇੰਟਰਮੋਲੀਕੂਲਰ ਸਪੇਸ ਐਜ਼ ਕੰਪੇਅਰ ਟੂ ਸੋਲਿਡਸ। ਅਗਰ ਗੈਸੀਅਸ ਦੀ ਗੱਲ ਕਰੀਏ ਤਾਂ ਗੈਸੀਅਸ ਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਕੀ ਹੁੰਦੇ ਨੇ, ਬਹੁਤ ਜ਼ਿਆਦਾ ਸਪੇਸ ਹੁੰਦੀ ਹੈ। ਸੋ ਦੇ ਹੈਵ ਵੈਰੀ ਲਾਰਜ ਸਪੇਸ ਬਿਟਵੀਨ ਦਾ ਪਾਰਟੀਕਲਸ। ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਆਪਾਂ ਰਿਜਿਡਿਟੀ। ਕੀ ਹੁੰਦਾ ਰਿਜਿਡਿਟੀ, ਸਖਤ। ਜਿਹੜੇ ਸੋਲਿਡਸ ਹੁੰਦੇ ਨੇ ਉਹ ਸਭ ਤੋਂ ਜ਼ਿਆਦਾ ਕੀ ਹੁੰਦੇ ਨੇ, ਰਿਜਿਡਸ। ਜਿਹੜੇ ਆਪਣੇ ਕੋਲ ਲਿਕੁਇਡਸ ਹੁੰਦੇ ਨੇ ਦੇ ਆਰ ਲੋ ਰਿਜਿਡ ਦੈਨ ਸੋਲਿਡਸ। ਸੋਲਿਡ ਨਾਲੋਂ ਕੀ ਹੁੰਦੇ ਨੇ, ਲੈਸ ਰਿਜਿਡ। ਇਨ ਕੇਸ ਆਫ ਗੈਸਿਸ ਦੇਅਰ ਇਜ਼ ਨੋ ਰਿਜਿਡਿਟੀ। ਗੈਸਿਸ ਦੇ ਪਾਰਟੀਕਲਸ ਬਹੁਤ ਦੂਰ ਪਏ ਹੁੰਦੇ ਨੇ, ਸੋ ਦੀਜ਼ ਹੈਵ ਨੋ ਰਿਜਿਡਿਟੀ। ਨੈਕਸਟ ਪੁਆਇੰਟ ਹੈ ਸਿਕਸਥ, ਡੈਂਸਿਟੀ। ਕੀ ਹੁੰਦਾ ਡੈਂਸਿਟੀ, ਮੀਨਜ਼ ਸਪੇਸ ਬਿਟਵੀਨ ਦਾ ਪਾਰਟੀਕਲ। ਜਿੰਨੀ ਆਪਣੇ ਕੋਲ ਸਪੇਸ ਘੱਟ ਹੋਏਗੀ ਪਾਰਟੀਕਲ ਦੇ ਵਿੱਚ, ਓਨੀ ਡੈਂਸਿਟੀ ਕੀ ਹੋਏਗੀ, ਜ਼ਿਆਦਾ। ਹੁਣ ਸੋਲਿਡਸ ਦੇ ਵਿੱਚ ਜਿਹੜੇ ਪਾਰਟੀਕਲਸ ਨੇ ਉਹ ਬਿਲਕੁਲ ਨੇੜੇ ਪਏ ਹੁੰਦੇ ਨੇ, ਨਾਲ ਪਏ ਹੁੰਦੇ ਨੇ, ਤਾਂ ਇਹਨਾਂ ਦੀ ਜਿਹੜੀ ਡੈਂਸਿਟੀ ਆ ਉਹ ਕੀ ਹੋਏਗੀ, ਵੈਰੀ ਹਾਈ। ਲਿਕੁਇਡਸ ਦੀ ਡੈਂਸਿਟੀ ਕੀ ਹੋਏਗੀ, ਲੋ ਐਜ਼ ਕੰਪੇਅਰ ਟੂ ਸੋਲਿਡਸ ਬਟ ਹਾਈ ਐਜ਼ ਕੰਪੇਅਰ ਟੂ ਗੈਸਿਸ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜੇ ਗੈਸਿਸ ਦੀ ਡੈਂਸਿਟੀ ਹੁੰਦੀ ਹੈ, ਦਿਸ ਇਜ਼ ਵੈਰੀ ਲੋ। The density of gaseous particle ਜਾਂ gaseous is very low. Next ਹੈ ਆਪਣੇ ਕੋਲ kinetic energy. Kinetic energy means movement of the particles. As we know, ਜਿਹੜੇ solids ਦੇ particles ਨੇ they are at fixed position. Fixed position ਹੋਣ ਕਰਕੇ ਉਹਨਾਂ ਦੀ kinetic energy ਕੀ ਹੋਏਗੀ, very low. But in case of liquids it is more than solids but ਲੈਸ ਦੈਨ ਗੈਸ। ਐਂਡ ਗੈਸ ਦੇ ਕੇਸ ਦੇ ਵਿੱਚ ਗੱਲ ਕਰੀਏ ਤਾਂ ਕਾਈਨੈਟਿਕ ਐਨਰਜੀ ਆਫ ਗੈਸੀਅਸ ਪਾਰਟੀਕਲ ਇਜ਼ ਵੈਰੀ ਹਾਈ। ਉਸ ਤੋਂ ਬਾਅਦ ਨੈਕਸਟ ਟੋਪਿਕ ਵਿਚ ਵੀ ਆਰ ਗੋਇੰਗ ਟੂ ਸਟਾਰਟ, ਦੈਟ ਇਜ਼ ਟੈਂਪਰੇਚਰ। ਕਿਸੇ ਵੀ ਸਬਸਟਾਂਸ ਜਾਂ ਕਿਸੇ ਵੀ ਬਾਡੀ ਦੀ ਇਟ ਇਜ਼ ਦਾ ਡਿਗਰੀ ਆਫ ਹੌਟਨੈਸ ਔਰ ਕੋਲਡਨੈਸ। ਕਿਸੇ ਵੀ ਸਬਸਟਾਂਸ ਨੂੰ ਕਿੰਨਾ ਗਰਮ ਜਾਂ ਠੰਡਾ ਕਰ ਸਕਦੇ ਹਾਂ ਉਹਨੂੰ ਕੀ ਕਹਿੰਦੇ ਹਾਂ ਆਪਾਂ, ਡਿਗਰੀ ਆਫ ਹੌਟਨੈਸ ਔਰ ਕੋਲਡਨੈਸ ਵਿਚ ਇਜ਼ ਰਿਪਰੈਜ਼ੈਂਟਡ ਬਾਈ ਟਰਮ ਟੈਂਪਰੇਚਰ। ਇਟ ਇਜ਼ ਮੈਜ਼ਰਡ ਵਿਦ ਦਾ ਹੈਲਪ ਆਫ ਥਰਮੋਮੀਟਰ। ਇਹਨੂੰ ਆਪਾਂ ਮੈਜ਼ਰ ਕਾਹਦੇ ਨਾਲ ਕਰਦੇ ਹਾਂ, ਵਿਦ ਦਾ ਹੈਲਪ ਆਫ ਥਰਮੋਮੀਟਰ। ਟੈਂਪਰੇਚਰ ਸਕੇਲ। ਹੁਣ ਟੈਂਪਰੇਚਰ ਨੂੰ ਮੈਜ਼ਰ ਕਰਨ ਲਈ ਆਪਣੇ ਕੋਲ ਕੁਛ ਯੂਨਿਟਸ ਹੁੰਦੇ ਨੇ, ਕੁਛ ਸਟੈਂਡਰਡਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ, ਟੈਂਪਰੇਚਰ scale. There are mainly two scales which we are used in this chapter, that is Celsius and Kelvin. Celsius ਨੂੰ ਰਿਪਰੈਜ਼ੈਂਟ ਕਰਦੇ ਹਾਂ C0 ਐਂਡ Kelvin ਨੂੰ ਰਿਪਰੈਜ਼ੈਂਟ ਕਰਦੇ ਹਾਂ ਆਪਾਂ K ਦੇ ਨਾਲ। ਜਿਹੜੀ ਸੈਲਸੀਅਸ ਦੀ ਵੈਲਿਊ ਹੁੰਦੀ ਹੈ ਦੈਟ ਇਜ਼ 0 ਡਿਗਰੀ ਟੂ 100 ਡਿਗਰੀ ਸੈਲਸੀਅਸ। ਸੈਲਸੀਅਸ ਜਿਹੜਾ ਸਕੇਲ ਹੈ ਉਹਦੀ ਵੈਲਿਊ ਕਿੰਨੀ ਹੁੰਦੀ ਹੈ, 0 ਡਿਗਰੀ ਤੋਂ ਲੈ ਕੇ 100 ਡਿਗਰੀ ਤੱਕ। ਵੇਅਰ ਐਜ਼ ਕੈਲਵਿਨ ਦੀ ਵੈਲਿਊ 273 ਕੈਲਵਿਨ ਤੋਂ ਲੈ ਕੇ 373। ਹੁਣ ਦੇਖੋ ਦੋਨਾਂ ਕੇਸਿਸ ਦੇ ਵਿੱਚ ਲੋਅਰ ਵੈਲਿਊ ਕੀ ਹੈ ਆਪਣੇ ਕੋਲ 0 ਐਂਡ ਕੈਲਵਿਨ ਦੇ ਵਿੱਚ ਲੋਅਰ ਵੈਲਿਊ 273। ਹਾਇਰ ਵੈਲਿਊ ਸੈਲਸੀਅਸ ਦੇ ਵਿੱਚ 100 ਐਂਡ ਕੈਲਵਿਨ ਦੇ ਵਿੱਚ 373। ਹੁਣ ਦੇਖੋ ਲੋਅਰ ਫਿਕਸਡ ਵੈਲਿਊ ਜਿਹੜੀ ਛੋਟੀ ਵੈਲਿਊ ਹੈ ਦੈਟ ਇਜ਼ 0 ਡਿਗਰੀ ਔਰ 273 ਕੈਲਵਿਨ, ਉਹਨੂੰ ਕੀ ਕਹਿੰਦੇ ਆ ਆਪਾਂ, ਲੋਅਰ ਫਿਕਸਡ ਵੈਲਿਊ, ਜਾਂ ਆਪਾਂ ਇਹਨੂੰ ਇੱਕ ਪਰਟੀਕੂਲਰ ਨਾਮ ਵੀ ਦੇ ਸਕਦੇ ਹਾਂ ਦੈਟ ਇਜ਼ ਦਾ ਫ੍ਰੀਜ਼ਿੰਗ ਪੁਆਇੰਟ ਆਫ ਵਾਟਰ। ਠੀਕ ਹੈ, ਐਗਜ਼ਾਮਪਲ ਲੈਣੀ ਹੋਵੇ ਤਾਂ ਦੈਟ ਇਜ਼ ਫ੍ਰੀਜ਼ਿੰਗ ਪੁਆਇੰਟ ਆਫ ਵਾਟਰ। ਜਿਹੜੇ ਆਪਣੇ ਕੋਲ ਹਾਇਰ ਵੈਲਿਊ ਹੈ ਦੈਟ ਇਜ਼ 100 ਡਿਗਰੀ ਸੈਲਸੀਅਸ ਔਰ 373 ਕੈਲਵਿਨ, ਉਹਨੂੰ ਕੀ ਕਹਿੰਦੇ ਆ ਆਪਾਂ, ਅਪਰ ਫਿਕਸਡ ਵੈਲਿਊ ਵਿਚ ਇਜ਼ ਆਲਸੋ ਨੋਨ ਐਜ਼ ਬੋਇਲਿੰਗ ਪੁਆਇੰਟ ਆਫ ਵਾਟਰ। ਇਹਨੂੰ ਕੀ ਕਹਿੰਦੇ ਆ ਆਪਾਂ, ਬੋਇਲਿੰਗ ਪੁਆਇੰਟ ਆਫ ਵਾਟਰ। ਉਸ ਤੋਂ ਬਾਅਦ ਇੱਕ ਹੋਰ ਐਬਸੋਲਿਊਟ ਟੈਂਪਰੇਚਰ ਸਕੇਲ ਹੁੰਦਾ ਹੈ, ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਕਾਹਦੇ ਨਾਲ, ਕੈਲਵਿਨ ਸਕੇਲ। ਜਿਹੜਾ ਕੈਲਵਿਨ ਸਕੇਲ ਹੈ ਉਹਨੂੰ ਕੀ ਕਹਿੰਦੇ ਆ ਆਪਾਂ, ਐਬਸੋਲਿਊਟ ਟੈਂਪਰੇਚਰ। ਠੀਕ ਹੈ, ਐਬਸੋਲਿਊਟ ਟੈਂਪਰੇਚਰ।
ਹੁਣ ਜਿਹੜਾ ਇਹ ਵਾਲਾ ਸਕੇਲ ਹੈ ਇਹਦੇ ਵਿੱਚ ਲੋਐਸਟ ਪੋਸੀਬਲ ਟੈਂਪਰੇਚਰ ਕਿੰਨਾ ਹੁੰਦਾ ਆਪਣੇ ਕੋਲ 0। ਲੋਐਸਟ ਟੈਂਪਰੇਚਰ ਕਿੰਨਾ ਹੁੰਦਾ ਐਬਸੋਲੂਟ ਦੇ ਵਿੱਚ ਕੈਲਵਿਨ ਦੀ ਵੈਲਿਊ 0। ਠੀਕ ਹੈ। ਉਸ ਤੋਂ ਬਾਅਦ ਦੇਖੋ ਰਿਲੇਸ਼ਨ ਬਿਟਵੀਨ ਸੈਲਸੀਅਸ ਐਂਡ ਕੈਲਵਿਨ। ਸੈਲਸੀਅਸ ਐਂਡ ਕੈਲਵਿਨ ਦੇ ਵਿੱਚ ਕੀ ਰਿਲੇਸ਼ਨ ਹੈ? ਐਜ਼ ਵੀ ਨੋ 0 ਡਿਗਰੀ ਸੈਲਸੀਅਸ ਕਾਹਦੇ ਬਰਾਬਰ ਹੁੰਦਾ ਆਪਣੇ ਕੋਲ 273 ਕੈਲਵਿਨ। 0 ਡਿਗਰੀ ਸੈਲਸੀਅਸ ਵਿਚ ਇਜ਼ ਇਕੁਅਲ ਟੂ 273 ਕੈਲਵਿਨ। ਅਗਰ ਆਪਾਂ ਕੈਲਵਿਨ ਤੋਂ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ ਦੈਟ ਮੀਨਸ ਕੈਲਵਿਨ ਤੋਂ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ ਟੈਂਪਰੇਚਰ ਨੂੰ, ਤਾਂ ਕੀ ਕਰਾਂਗੇ ਆਪਾਂ ਉਹਦੇ ਵਿੱਚ ਕਿੰਨੇ ਐਡ ਕਰਾਂਗੇ 273। ਠੀਕ ਹੈ। ਅਗਰ ਆਪਾਂ ਦੇਖੋ ਅਗਰ ਆਪਾਂ ਸੈਲਸੀਅਸ ਨੂੰ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਤਾਂ ਆਪਣੇ ਕੋਲ ਜਿਹੜਾ ਸੈਲਸੀਅਸ ਵਾਲਾ ਟੈਂਪਰੇਚਰ ਹੋਏਗਾ ਉਹਦੇ ਵਿੱਚ ਕਿੰਨਾ ਐਡ ਕਰ ਦਾਂਗੇ ਆਪਾਂ 273। 273 ਜਦੋਂ ਐਡ ਕਰ ਦਾਂਗੇ ਤਾਂ ਉਹ ਕਾਹਦੇ ਵਿੱਚ ਕਨਵਰਟ ਹੋ ਜਾਏਗਾ ਕੈਲਵਿਨ ਦੇ ਵਿੱਚ। ਠੀਕ ਹੈ। ਅਗਰ ਆਪਾਂ ਸੈਲਸੀਅਸ ਤੋਂ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਅਗਰ ਆਪਾਂ ਸੈਲਸੀਅਸ ਤੋਂ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਤਾਂ ਕੀ ਕਰਾਂਗੇ ਜਿਹੜਾ ਸੈਲਸੀਅਸ ਵਾਲਾ ਟੈਂਪਰੇਚਰ ਹੈ ਉਹਦੇ ਵਿੱਚ ਕਿੰਨੇ ਐਡ ਕਰ ਦਾਂਗੇ 273। ਠੀਕ ਹੈ। ਅਗਰ ਆਪਾਂ ਕੈਲਵਿਨ ਤੋਂ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਜਿਹੜਾ ਆਪਣੇ ਕੋਲ ਟੈਂਪਰੇਚਰ ਦਿੱਤਾ ਹੋਏਗਾ ਕੈਲਵਿਨ ਵਾਲਾ ਉਹਦੇ ਵਿੱਚੋਂ ਸਬਟਰੈਕਟ ਕਰ ਦਾਂਗੇ 273। ਠੀਕ ਹੈ। ਹੁਣ ਦੇਖੋ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਕਨਵਰਟ ਕਰਨਾ 25 ਡਿਗਰੀ ਸੈਲਸੀਅਸ ਟੂ ਕੈਲਵਿਨ। 25 ਡਿਗਰੀ ਸੈਲਸੀਅਸ ਨੂੰ ਕਾਹਦੇ ਵਿੱਚ ਕਨਵਰਟ ਕਰਨਾ ਕੈਲਵਿਨ ਦੇ ਵਿੱਚ, ਤਾਂ ਕੀ ਬਣ ਜਾਏਗਾ ਆਪਣੇ ਕੋਲ ਦੇਖੋ 25 ਡਿਗਰੀ ਸੈਲਸੀਅਸ ਨੂੰ ਕਾਹਦੇ ਵਿੱਚ ਕਨਵਰਟ ਕਰਨਾ ਆਪਾਂ ਕੈਲਵਿਨ ਦੇ ਵਿੱਚ। ਤੁਹਾਨੂੰ ਦੱਸਿਆ ਜਦੋਂ ਆਪਾਂ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਬਸ ਯਾਦ ਰੱਖਣਾ ਤੁਸੀਂ ਜਦੋਂ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਤਾਂ ਐਡ ਕਰਾਂਗੇ 273, ਜਦੋਂ ਆਪਾਂ ਸੈਲਸੀਅਸ ਦੇ ਵਿੱਚ ਕਰਨਾ ਤਾਂ ਮਾਈਨਸ ਕਰਾਂਗੇ 273। ਹੁਣ ਆਪਾਂ ਇੱਥੇ ਕੈਲਵਿਨ ਦੇ ਵਿੱਚ ਕਨਵਰਟ ਕਰਨਾ ਤਾਂ ਕੀ ਕਰਾਂਗੇ ਐਡ ਕਰਾਂਗੇ 273 ਦੈਟ ਇਜ਼ 273 ਪਲੱਸ 25 ਕਾਹਦੇ ਵਿੱਚ ਕਨਵਰਟ ਹੋ ਜਾਏਗਾ ਆਪਣੇ ਕੋਲ ਕੈਲਵਿਨ ਦੇ ਵਿੱਚ। ਦੋਨਾਂ ਨੂੰ ਪਲੱਸ ਕੀਤਾ ਆਪਣੇ ਕੋਲ ਕਿੰਨਾ ਆ ਜਾਏਗਾ 298 ਕੈਲਵਿਨ। ਸਿਮਿਲਰਲੀ ਅਗਰ ਆਪਾਂ ਗੱਲ ਕਰੀਏ 373 ਕੈਲਵਿਨ ਉਹਨੂੰ ਕਨਵਰਟ ਕਾਹਦੇ ਵਿੱਚ ਕਰਨਾ ਸੈਲਸੀਅਸ ਦੇ ਵਿੱਚ। ਜਦੋਂ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ ਤਾਂ ਕਿੰਨੇ ਮਾਈਨਸ ਕਰਾਂਗੇ ਉਹਦੇ ਵਿੱਚੋਂ ਮਾਈਨਸ 273। ਤਾਂ ਆਪਣੇ ਕੋਲ 373 ਕੈਲਵਿਨ ਦੇ ਵਿੱਚੋਂ ਮਾਈਨਸ ਕੀਤਾ 273 ਕਾਹਦੇ ਵਿੱਚ ਕਨਵਰਟ ਹੋ ਜਾਏਗਾ ਸੈਲਸੀਅਸ ਦੇ ਵਿੱਚ। ਤਾਂ ਇਹ ਕਿੰਨਾ ਆ ਜਾਊਗਾ ਕਨਵਰਟ ਕਰਕੇ 100 ਡਿਗਰੀ ਸੈਲਸੀਅਸ।